ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦਾ ਸਾਹ। ਜਿਸ ਪਾਸ ਹੇਠਿਆਂ ਸੋਹੀਐ ਸਭਨਾਂ ਦਾ ਵਿਸਾਹ। ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖਾ। ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁਖਾ। ਹਿੰਦੂ ਧਰਮ ਤਰ ਮੂਲ ਕਉ ਰਾਖਿਓ ਧਰਨ ਮਝਾਰ। ਤੇਗ ਬਹਾਦਰ ਸਤਿਗੁਰੂ ਤਰਨ ਸਮਾਨ ਤਨ ਡਾਰ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀਬਾਜੀ। ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਸਰੂਪ ਸਾਧ ਸੰਗੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਜੀਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਅੱਜ ਧੰਨ ਧੰਨ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਤੇ ਅੱਜ ਆਪਾਂ ਰਲ ਮਿਲ ਕੇ ਸਤਿਗੁਰਾਂ ਦੇ ਜੀਵਨ ਬਾਰੇ ਵਿਚਾਰਾਂ ਕਰਾਂਗੇ ਵੀ ਕਿਹਨਾਂ ਕਾਰਨਾਂ ਕਰਕੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਸ਼ਹੀਦੀ ਦੇਣੀ ਪਈ। ਤੇ ਆਓ ਅੱਜ ਤੋਂ ਇਹ ਪੰਦਰਵਾੜਾ ਵੀ ਸ਼ੁਰੂ ਹੋ ਗਿਆ। ਇਹ 15 ਦਿਨਾਂ ਦੇ ਵਿੱਚ ਬਹੁਤ ਸਾਰੀਆਂ ਸ਼ਹੀਦੀਆਂ ਹੋਈਆਂ ਗੁਰਮੁਖੋ। ਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਰਲ ਮਿਲ ਕੇ ਇਸ ਪੰਦਰਵਾੜੇ ਨੂੰ ਸੋਗ ਦੇ ਤੌਰ ਤੇ ਮਨਾ ਰਹੀਆਂ ਨੇ। ਤੇ ਆਓ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ, ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀ ਸ਼ਹੀਦੀ ਬਾਰੇ ਆਪਾਂ ਅੱਜ ਵਿਚਾਰਾ ਕਰਾਂਗੇ। ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਸੀ ਗੁਰਮੁਖੋ। ਤੇ ਔਰੰਗਜ਼ੇਬ ਬਾਦਸ਼ਾਹ ਇੱਕ ਕੱਟੜ ਮੁਸਲਮਾਨ ਸੀ। ਔਰੰਗਜ਼ੇਬ ਇੱਕ ਕੱਟੜ ਮੁਸਲਮਾਨ ਸੀ, ਜਿਹੜਾ ਆਪਣੀ ਰਾਜਸੀ ਤੇ ਮਜ਼ਹਬੀ ਉન્નਤੀ ਦੇ ਵਾਸਤੇ ਜੋ ਵੀ ਵੱਧ ਤੋਂ ਵੱਧ ਸਖਤੀ ਹਿੰਦੂਆਂ ਉੱਤੇ ਕਰ ਸਕਦਾ ਸੀ, ਸੋ ਆਪਣੇ ਰਾਜ ਵਿੱਚ ਔਰੰਗਜ਼ੇਬ ਬਾਦਸ਼ਾਹ ਨੇ ਕੀਤੀ। ਹੱਦੋਂ ਵੱਧ ਜ਼ੁਲਮ ਕੀਤੇ ਆਪਣੇ ਰਾਜ ਦੇ ਵਿੱਚ ਹਿੰਦੂ ਧਰਮ ਤੇ ਹਿੰਦੂ ਕੌਮ ਦੇ ਵਾਸਤੇ ਔਰੰਗਜ਼ੇਬ ਬਾਦਸ਼ਾਹ ਦਾ ਰਾਜ ਇੱਕ ਜ਼ੁਲਮ ਦਾ ਰਾਜ ਸੀ ਗੁਰਮੁਖੋ। ਬੜਾ ਭਿਆਨਕ ਸਮਾਂ ਸੀ ਉਸ ਸਮੇਂ ਹਿੰਦੂ ਧਰਮ ਦੇ ਉੱਤੇ। ਸਭ ਤੋਂ ਪਹਿਲਾਂ ਔਰੰਗਜ਼ੇਬ ਬਾਦਸ਼ਾਹ ਨੇ
ਆਪਣੇ ਬਿਮਾਰ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ। ਫਿਰ ਤਖਤ ਦੇ ਉੱਤੇ ਬੈਠ ਕੇ ਆਪਣੇ ਤਿੰਨੇ ਭਰਾਵਾਂ ਨੂੰ ਕਤਲ ਕਰਕੇ ਆਪ ਨਿਸ਼ਚਿਤ ਹੋ ਕੇ ਆਪਣੀ ਮਨਮਰਜ਼ੀ ਦਾ ਰਾਜ ਕਰਨ ਲੱਗ ਪਿਆ ਔਰੰਗਜ਼ੇਬ ਬਾਦਸ਼ਾਹ। ਤੇ ਇਸੇ ਤਰ੍ਹਾਂ ਹੀ ਗੁਰਮੁਖੋ ਆਪਣੇ ਪੈਰ ਪੱਕੇ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਦੇ ਉੱਤੇ ਬੜੇ ਭਾਰੀ ਟੈਕਸ ਲਾ ਦਿੱਤੇ। ਉਸ ਸਮੇਂ ਕਈ ਪ੍ਰਕਾਰ ਦੇ ਲਾਲਚ ਤੇ ਡਰਾਵੇ ਦੇ ਕੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ। ਤੇ ਕੋਈ ਵੀ ਹਿੰਦੂ ਰਾਜ ਪ੍ਰਬੰਧ ਵਿੱਚ ਦਾਖਲ ਨਹੀਂ ਸੀ ਦੇ ਸਕਦਾ, ਉਹਦੇ ਰਾਜ ਵਿੱਚ ਕੋਈ ਆਪਣੀ ਗੱਲ ਰੱਖ ਹੀ ਨਹੀਂ ਸਕਦਾ ਸੀ। ਹਿੰਦੂਆਂ ਨੂੰ ਮੁਸਲਮਾਨਾਂ ਦੀ ਵਾਂਗ ਚੰਗਾ ਖਾਣ ਪੀਣ ਪਹਿਨਣ ਆਦਿ ਦੀ ਕੋਈ ਖੁੱਲ੍ਹ ਨਹੀਂ ਸੀ ਵੀ ਹਿੰਦੂ ਮੁਸਲਮਾਨਾਂ ਦੇ ਵਾਂਗ ਉਹ ਚੰਗਾ ਖਾ ਸਕੇ, ਚੰਗਾ ਪਹਿਨ ਸਕੇ। ਇਹ ਮਨਾਹੀ ਸੀ ਔਰੰਗਜ਼ੇਬ ਬਾਦਸ਼ਾਹ ਦੀ। ਹੁਣ ਦੇਖੋ ਪਰ ਇਦੋਂ ਵੱਡਾ ਜ਼ੁਲਮ ਹਿੰਦੂ ਕੌਮ ਉੱਤੇ ਹੋਰ ਕੀ ਹੋ ਸਕਦਾ ਸੀ ਗੁਰਮੁਖੋ। ਇਹ ਤੋਂ ਵੱਡਾ ਕੋਈ ਜ਼ੁਲਮ ਹੋ ਹੀ ਨਹੀਂ ਸਕਦਾ ਜਿਹਨੂੰ ਖਾਣ ਪੀਣ ਪਹਿਨਣ ਦੀ ਖੁੱਲ੍ਹ ਕੋਈ ਨਹੀਂ ਸੀ। ਇਸ ਨੇ ਹਿੰਦੂਆਂ ਦੇ ਧਾਰਮਿਕ ਮੇਲੇ, ਤੀਰਥਾਂ ਦੇ ਪੁਰਬ ਤੇ ਰਸਮ ਰਿਵਾਜ ਆਪਣੇ ਹੁਕਮ ਦੇ ਨਾਲ ਬੰਦ ਕਰਤੇ ਵੀ ਹਿੰਦੂ ਕੋਈ ਵੀ ਆਪਣਾ ਗੁਰਪੁਰਬ, ਆਪਣਾ ਧਾਰਮਿਕ ਮੇਲਾ ਨਹੀਂ ਕਰ ਸਕਦਾ ਸੀ। ਐਡਾ ਵੱਡਾ ਜ਼ੁਲਮ। ਤੇ ਕੋਈ ਵੀ ਹਿੰਦੂ ਮੰਦਰਾਂ ਦੇ ਵਿੱਚ ਪਾਠ ਪੂਜਾ ਨਹੀਂ ਸੀ ਕਰ ਸਕਦਾ। ਇਹਨਾਂ ਤੇ ਵੀ ਪਾਬੰਦੀ ਲਾਤੀ ਔਰੰਗਜ਼ੇਬ ਬਾਦਸ਼ਾਹ ਨੇ। ਤੇ ਹਿੰਦੂਆਂ ਦੇ ਵੱਡੇ ਵੱਡੇ ਮੰਦਰ ਜਿਵੇਂ ਮਥੁਰਾ, ਕਾਂਸੀ, ਅਯੁੱਧਿਆ, ਦਵਾਰਕਾ, ਪ੍ਰਯਾਗਰਾਜ, ਇਹਨਾਂ ਅਸਥਾਨਾਂ ਨੂੰ ਢਾਹ ਕੇ ਉਹਨਾਂ ਦੇ ਉੱਤੇ ਮਸੀਤਾਂ ਬਣਵਾ ਦਿੱਤੀਆਂ, ਮਸੀਤਾਂ ਬਣਾਤੀਆਂ। ਤੇ ਹਿੰਦੂਆਂ ਦੀ ਇਸ ਤਰ੍ਹਾਂ ਬੁਰੀ ਹਾਲਤ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਆਪਣੇ ਸੂਬਿਆਂ ਨੂੰ ਫਰਮਾਨ ਜਾਰੀ ਕਰ ਦਿੱਤੇ। ਸਾਧ ਸੰਗਤ ਜੀ, ਆਪਣੇ ਸੂਬਿਆਂ ਨੂੰ ਫਰਮਾਨ ਜਾਰੀ ਕਰ ਦਿੱਤੇ ਕਿ ਦੀਨ ਇਸਲਾਮ ਦੀ ਬਿਰਧੀ ਵਾਸਤੇ ਸਭ ਹਿੰਦੂਆਂ ਨੂੰ ਧੱਕੇ ਦੇ ਨਾਲ ਜਾਂ ਲਾਲਚ ਦੇ ਨਾਲ ਜਿਸ ਤਰ੍ਹਾਂ ਵੀ ਹੋ ਸਕਦਾ ਹੋਵੇ ਨਾ, ਉਹਨਾਂ ਨੂੰ ਮੁਸਲਮਾਨ ਬਣਾਉਣਾ ਤੁਹਾਡੇ ਵਾਸਤੇ ਜ਼ਰੂਰੀ ਹੈ। ਹਿੰਦੂਆਂ ਨੂੰ ਮੁਸਲਮਾਨ ਬਣਾਓ। ਤੇ ਸੂਬਿਆਂ ਨੇ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਆਪਣਾ ਸਾਰਾ ਜ਼ੋਰ ਲਾ ਕੇ ਹਰ ਇੱਕ ਹਿੰਦੂ ਨੂੰ ਦੀਨ ਇਸਲਾਮ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਗੁਰਮੁਖੋ। ਉਹਨਾਂ ਸਮਿਆਂ ਦੇ ਵਿੱਚ ਬੜੇ ਬੜੇ ਸੰਤ ਭਗਤ, ਉਹ ਸਾਰੇ ਲੋਕ ਜਿਹੜੇ ਦੀਨ ਇਸਲਾਮ ਦੇ ਵਿੱਚ ਆਉਣਾ ਪ੍ਰਵਾਨ ਨਹੀਂ ਸੀ ਕਰਦੇ ਤੇ ਆਪਣੇ ਜ਼ੋਰ ਦੇ ਨਾਲ ਉਹਨਾਂ ਦਾ ਕਤਲ ਕਰ ਦਿੱਤਾ। ਸਾਧ ਸੰਗਤ ਜੀ, ਔਰੰਗਜ਼ੇਬ ਬਾਦਸ਼ਾਹ ਨੇ। ਇਸੇ ਤਰ੍ਹਾਂ ਹੀ ਔਰੰਗਜ਼ੇਬ ਬਾਦਸ਼ਾਹ ਦੇ ਹੁਕਮ ਦੇ ਅਨੁਸਾਰ ਕਸ਼ਮੀਰ ਦੇ ਸੂਬੇ ਅਫਗਾਨ ਖਾਂ ਨੇ ਕਸ਼ਮੀਰ ਦੇ ਪੰਡਤਾਂ ਹਿੰਦੂਆਂ ਨੂੰ ਆਖਿਆ
कि तुसी मुसलमान हो जावो, तुसी सारे मुसलमान बन जावो। जेकर तुसी मुसलमान नहीं बनोगे तां तुसी अपनी जान तो हथ धो देओगे, तुहानूं कतल कर दिता जावेगा। ते साध संगत जी उन्होंने कहता भी तुहाडे घर बार लुटे जाणगे। ये जुल्म सुन के कश्मीरी पंडित कहते बहुत भयभीत हो गए, डर दे विच आ गए। कश्मीरी पंडित जदों भयभीत हो गए, सारे कश्मीरी पंडितां ने गुरमुखो अन्न जल त्याग के न अमरनाथ के मंदिर अगे जाके अपने धर्म की रक्षा वास्ते पाठ पूजा ते बेनतियां करनियां शुरू कर दित्तियां सारे पंडितां ने। जदों एडे बड़े जुल्म वध गए उन्हां ते कश्मीरी पंडितां ते, कुछ दिन इसे तरह ही उन्होंने अन्न पानी त्याग दिता ते अमरनाथ के मंदिर अगे जाके उन्होंने बेनतियां इस तरह करनियां शुरू कर दित्तियां। कहते जदों कोई इंसान दुखी दिल होवे ना ते परमेश्वर के अगे अरदास करे, बेनतियां करे, उहदियां अरदास बेनतियां प्रवान हो जांदियां ने। जदों इसे तरह ही उन्होंने अन्न जल त्याग के बेनतियां करदियां नूं गुजर गए ना साध संगत जी, ते उन्हां सारे पंडितां नूं एक दिन फिर आकाशबाणी होई ते उन्हां आकाशबाणी दे राही अनुभव होया। उन्हां नूं इंज सुनाई दिता कि इस समय तुहाडे धर्म की राखी करन वाले श्री गुरु नानक देव महाराज साहब जी की गद्दी उत्ते सतगुरु तेग बहादुर महाराज साहिब विराजमान ने, ते तुसीं जाके उन्हां दे पास अपनी विथया दसो ते तुहाडी गुरु तेग बहादुर महाराज रखिया करनगे। आकाशबाणी हुई पंडितां नूं अमरनाथ दे मंदिर दे अगे बैठिया नूं। हुण ये सारे जिहड़े पंडित सी हिंदू कश्मीरी, इन्हां सारिਆਂ ने बह के गलबात की इस आकाशबाणी बारे। इस आकाशबाणी अनुसार कश्मीरी पंडित पुछते पुछते श्री गुरु तेग बहादुर महाराज साहब जी के पास आनंदपुर साहब आ गए। पुछते पछाउंदे पहुंच गए आनंदपुर साहब की धरती ते सारे कश्मीरी पंडितां ने अपनी विथया अपना दुख दस्या सतगुरु तेग बहादुर महाराज साहब जी नूं, ते सारिਆਂ ने रल के बेनती की, महाराज साडा हिंदू धर्म खतरे दे विच है, साडे ते बहुत जुल्म हो रहे ने, ते असीं आप जी दी शरण विच आए हां ते साडी रखिया करो। ते साध संगत जी जिहड़ा फिर पूरे सतगुरु दी शरण विच आउंदा है ना, ते सतगुरु शरण आए दी लाज रखते ने अपनी सेवकां दी, ते लाज रखी भी सतगुरु तेग बहादुर महाराज साहब जी ने सारे पंडितां दी। जदों कश्मीरी पंडितां ने अपनी विथया सुनाई, अपना दुख सुनाया, तां साध संगत जी उन्हां कश्मीरी पंडितां दी सारी गलबात सुन के सतगुरु तेग बहादुर महाराज साहब जी कुछ सोच रहे सी।
ਵੀ ਕੀ ਹੱਲ ਕੀਤਾ ਜਾਵੇ। ਇਹ ਸਾਰੀ ਸੋਚ ਵਿਚਾਰ ਹੀ ਰਹੇ ਸੀ ਹਜੇ ਦਿਮਾਗ ਦੇ ਵਿੱਚ ਉਹਨਾਂ ਦੀ ਗੱਲ ਨੂੰ ਸੁਣ ਕੇ। ਤੇ ਇੰਨੇ ਚਿਰ ਨੂੰ ਸਤਿਗੁਰਾਂ ਦੇ ਸਾਹਿਬਜ਼ਾਦੇ ਬਾਲਕ ਅਵਸਥਾ ਦੇ ਵਿੱਚ ਨੇ। ਗੋਬਿੰਦ ਰਾਏ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦੇ ਬਾਲਕ ਗੋਬਿੰਦ ਰਾਏ ਵੀ ਉਸ ਵੇਲੇ ਆ ਗਏ ਸਾਧ ਸੰਗਤ ਜੀ। ਤੇ ਪਿਤਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਇਸ ਤਰ੍ਹਾਂ ਸੋਚ ਬਣ ਦੇਖ ਕੇ ਬਾਲਕ ਗੋਬਿੰਦ ਰਾਏ ਜੀ ਨੇ ਪੁੱਛਿਆ ਕਿ ਪਿਤਾ ਜੀ, ਆਪ ਜੀ ਦੇ ਚਿਹਰੇ ਤੇ ਉਦਾਸੀ ਹੈ ਤੇ ਆਪ ਕੁਝ ਸੋਚ ਰਹੇ ਹੋ, ਇਸ ਵੇਲੇ ਕੀ ਸੋਚ ਰਹੇ ਹੋ? ਤੇ ਗੁਰੂ ਪਿਤਾ ਨੇ ਬਚਨ ਕੀਤਾ ਕਿ ਪੁੱਤਰ, ਇਹ ਦੁਖਿਆਰੇ ਕਸ਼ਮੀਰੀ ਪੰਡਤ ਬੜੀ ਲੰਬੀ ਬਾਟ ਤੈਅ ਕਰਕੇ ਪਹੁੰਚੇ ਨੇ। ਇਹ ਸਾਰੇ ਕਸ਼ਮੀਰੀ ਪੰਡਤ ਹੈ ਤੇ ਇਹਨਾਂ ਦਾ ਧਰਮ ਇਸ ਵੇਲੇ ਖਤਰੇ ਦੇ ਵਿੱਚ ਹੈ। ਇਹਨਾਂ ਤੇ ਪੁੱਤਰ ਬੜੇ ਜ਼ੁਲਮ ਹੋ ਰਹੇ ਨੇ। ਇਹ ਦੁਖਿਆਰੇ ਪੰਡਤ ਆਪਣੀ ਵਿਥਿਆ ਸੁਣਾਉਣ ਵਾਸਤੇ ਕਸ਼ਮੀਰ ਤੋਂ ਚੱਲ ਕੇ ਆਏ ਨੇ ਤੇ ਇਹਨਾਂ ਪੰਡਤਾਂ ਦੇ ਧਰਮ ਦੀ ਰੱਖਿਆ ਕਰਨ ਵਾਸਤੇ ਕੋਈ ਐਸਾ ਮਹਾਂਪੁਰਖ, ਐਸਾ ਕੋਈ ਮਹਾਂਪੁਰਖ ਚਾਹੀਦਾ ਜਿਹੜਾ ਇਸ ਸਮੇਂ ਇਹਨਾਂ ਦੇ ਧਰਮ ਦੀ ਰੱਖਿਆ ਦੇ ਵਾਸਤੇ ਆਪਣਾ ਬਲੀਦਾਨ ਦੇਣ ਵਾਲਾ ਹੋਵੇ। ਇਹਨਾਂ ਦੇ ਧਰਮ ਦੀ ਖਾਤਰ ਕੋਈ ਆਪਣਾ ਸੀਸ ਦੇਣ ਵਾਲਾ ਹੋਵੇ। ਇਹਨਾਂ ਨੂੰ ਉਹ ਪੁਰਖ ਚਾਹੀਦਾ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਦੋਂ ਇੰਨੇ ਵਚਨ ਕਹੇ ਨਾ ਗੁਰਮੁਖੋ, ਤੇ ਗੁਰੂ ਪਿਤਾ ਜੀ ਦਾ ਬਚਨ ਸੁਣ ਕੇ ਬਾਲਕ ਗੋਬਿੰਦ ਰਾਏ ਜੀ ਨੇ ਸੁਭਾਵਿਕ ਹੀ ਕਿਹਾ, ਸੋਤੇ ਸਿੱਧੀ ਕਹਿਤਾ ਉਸ ਵੇਲੇ, ਕਿਉਂਕਿ ਅਵਸਥਾ ਬਹੁਤ ਛੋਟੀ ਹੈ, 9 ਸਾਲ ਦੀ ਉਮਰ ਹੈ ਗੁਰਮੁਖੋ ਬਾਲਕ ਗੋਬਿੰਦ ਰਾਏ ਜੀ ਦੀ। ਹੁਣ 9 ਸਾਲ ਦੇ ਬੱਚੇ ਨੂੰ ਕਿੰਨੀ ਕੁ ਸੁੱਧ ਹੁੰਦੀ ਹੈ ਵੀ ਬਲੀਦਾਨ ਦੇਣ ਵਾਸਤੇ ਕੀ ਕੁਝ ਕਰਨਾ ਪੈਂਦਾ ਹੈ। ਤੇ ਉਹ ਤਾਂ ਖੁਦ ਭਗਵਾਨ ਸੀ। ਜਦੋਂ ਸਾਰੇ ਇਹ ਵਚਨ ਸੁਣੇ ਤੇ ਬਾਲਕ ਗੋਬਿੰਦ ਰਾਏ ਜੀ ਨੇ ਸੋਤੇ ਸਿੱਧੀ ਕਹਿ ਦਿੱਤਾ ਕਿ ਪਿਤਾ ਜੀ, ਇਸ ਸਮੇਂ ਹਿੰਦੂ ਧਰਮ ਦੀ ਰੱਖਿਆ ਕਰਨ ਵਾਸਤੇ ਆਪ ਜੀ ਤੋਂ ਵੱਧ ਹੋਰ ਮਹਾਂਪੁਰਖ ਕੌਣ ਹੋ ਸਕਦਾ ਹੈ ਜੋ ਇਹਨਾਂ ਦੇ ਧਰਮ ਦੀ ਰੱਖਿਆ ਕਰ ਸਕਦਾ ਹੋਵੇ। ਹਿੰਦੂਆਂ ਦੇ ਧਰਮ ਦੀ ਰੱਖਿਆ ਕਰਨ ਦੇ ਯੋਗ ਆਪ ਹੀ ਹੋ ਤੇ ਆਪ ਜੀ ਇਹਨਾਂ ਦੇ ਧਰਮ ਦੀ ਖਾਤਰ ਆਪਣਾ ਬਲੀਦਾਨ ਦਿਓ। 9 ਸਾਲ ਦੀ ਉਮਰ ਦੇ ਵਿੱਚ ਬਾਲਕ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਇਹ ਬਚਨ ਕਹੇ ਤੇ ਆਪਣੇ ਹੋਣਹਾਰ 9 ਸਾਲਾਂ ਦੇ ਬਾਲਕ ਪੁੱਤਰ ਦੇ ਪਾਸੋਂ ਇਹ ਗੱਲ ਸੁਣ ਕੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਕਹਿੰਦੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ। ਤੇ ਜਾ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉਹਨਾਂ ਕਸ਼ਮੀਰੀ ਪੰਡਤਾਂ ਨੂੰ ਕਿਹਾ ਕਿ ਭਾਈ, ਤੁਸੀਂ ਆਪਣੇ ਸੂਬਾ ਅਫਗਾਨ ਖਾਨ ਨੂੰ ਜਾ ਕੇ ਕਹਿ ਦਿਓ ਕਿ ਜੇਕਰ ਸਾਡੇ ਆਨੰਦਪੁਰ ਵਾਸੀ ਗੁਰੂ ਤੇਗ ਬਹਾਦਰ ਮਹਾਰਾਜ ਮੁਸਲਮਾਨ ਹੋ ਜਾਣਗੇ ਤਾਂ ਅਸੀਂ ਮੁਸਲਮਾਨ ਹੋਣਾ ਮੰਨ ਜਾਵਾਂਗੇ, ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ, ਪਹਿਲਾਂ ਉਹਨਾਂ ਨੂੰ ਮੁਸਲਮਾਨ ਬਣਾਓ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਬਚਨ ਸੁਣ ਕੇ ਨਾ ਗੁਰਮੁਖੋ, ਪੰਡਤਾਂ ਨੇ ਚਾਲੇ ਪਾਤੇ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਕਸ਼ਮੀਰ ਨੂੰ। ਰਸਤਾ ਤੈਅ ਕਰਦੇ ਕਰਦੇ
ਪਹੁੰਚ ਗਏ ਸਾਰੇ। ਪੰਡਤਾਂ ਨੇ ਸੂਬਾ ਅਫਗਾਨ ਖਾਨ ਨੂੰ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਰੀ ਗੱਲ ਦੱਸੀ। ਵੀ ਜੇ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹੋ ਨਾ, ਸਭ ਤੋਂ ਪਹਿਲਾਂ ਆਨੰਦਪੁਰ ਦੇ ਵਾਸੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਮੁਸਲਮਾਨ ਬਣਾਓ। ਇਹ ਸਾਰੀ ਵਾਰਤਾ ਜਾ ਕੇ ਸੂਬਾ ਅਫਗਾਨ ਖਾਨ ਨੂੰ ਦੱਸਤੀ ਪੰਡਤਾਂ ਨੇ। ਤੇ ਸਾਧ ਸੰਗਤ ਜੀ, ਉਸੇ ਵੇਲੇ ਇਹ ਖਬਰ ਲਿਖ ਕੇ ਸੂਬਾ ਅਫਗਾਨ ਖਾਨ ਨੇ ਨਾ ਔਰੰਗਜ਼ੇਬ ਬਾਦਸ਼ਾਹ ਨੂੰ ਪੱਤਰ ਭੇਜ ਦਿੱਤਾ ਲਿਖ ਕੇ ਕਿ ਕਸ਼ਮੀਰੀ ਪੰਡਤਾਂ ਹਿੰਦੂਆਂ ਨੇ ਇਹ ਗੱਲ ਮੰਨ ਲਈ ਹੈ ਕਿ ਅਸੀਂ ਉਹਨਾਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜੋ ਇਸ ਸਮੇਂ ਆਨੰਦਪੁਰ ਰਹਿੰਦੇ ਨੇ, ਕਸ਼ਮੀਰੀ ਪੰਡਤਾਂ ਨੇ ਮੰਨਿਆ ਹੈ ਕਿ ਜੇਕਰ ਗੁਰੂ ਤੇਗ ਬਹਾਦਰ ਮਹਾਰਾਜ ਮੁਸਲਮਾਨ ਬਣ ਜਾਣਗੇ ਨਾ, ਤੇ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਅਫਗਾਨ ਖਾਨ ਨੇ ਚਿੱਠੀ ਲਿਖਤੀ ਔਰੰਗਜ਼ੇਬ ਬਾਦਸ਼ਾਹ ਨੂੰ। ਤੇ ਸਾਧ ਸੰਗਤ ਜੀ, चिट्ठी पहुंच गई औरंगजेब बादशाह के पास। अपने सूबे अफगान खान की चिट्ठी पढ़ के औरंगजेब बादशाह ने काजी दे नाल विचार करके एक विशेष दूत आनंदपुर साहिब भेज दिता। आनंदपुर साहिब नूं भेजता एक अपना बंदा, खास बंदा। ते सतगुरु तेग बहादुर महाराज साहब जी नूं दिल्ली सद लिया। ते धन जदों अहिदिया पहुंचा ना, ते धन सतगुरु तेग बहादुर महाराज साहब जी ने उस आए हुए दूत नूं कहा कि भाई तू चल दिल्ली दे वल, ते असीं तेरे मगर आउणे आ। तू चल, असीं आपे ही बादशाह दे पास पहुंच जावांगे। सतगुरु तेग बहादुर महाराज साहब जी ने कहा। ते उस दूत नूं तोड़ के सतगुरु तेग बहादुर महाराज साहब जी ने घर बार दी सौंपना मामा कृपाल चंद नूं करके हर एक गल अपने साहिबजादे नूं समझा के बालक गोबिंद राय जी नूं ते अपने नाल 5 सिखां दे समेत दिल्ली वाल तुरन की तैयारी कर ली सतगुरु तेग बहादुर महाराज साहब जी ने। ते रास्ते दे विच रास्ता तय करदियां धर्म उपदेश दिंदे होए आपे ने श्रद्धालुओं नूं दर्शन दिदारे बख्शदे होए सतगुरु तेग बहादुर महाराज साहब पहुंचे ने आगरे की धरती ते। ते आगरे पहुंच के सतगुरु तेग बहादुर महाराज साहब जी ने एक अजाली दी राही कौतक रच के अपने आप नूं गिरफ्तार करा लिया आगरे की धरती तो। ते आगरे तो आप जी नूं दिल्ली पहुंचाया गया। ते औरंगजेब बादशाह ने सतगुरु तेग बहादुर महाराज साहब जी नूं बंदी खाने विच बंद करके अपने काजी नूं गुरु तेग बहादुर महाराज साहब जी पास भेजिया। जदों उन्हां दे पास भेजिया ते काजी ने बेनती की कि आप मुसलमान बन जावो, सारा मुल्क तुहाडा मुरीद बन जाएगा,
ਤੁਹਾਨੂੰ ਚਾਹੁਣ ਵਾਲੇ ਬਹੁਤ ਤਿਆਰ ਹੋ ਜਾਣਗੇ ਤੇ ਆਪ ਮੁਸਲਮਾਨ ਬਣ ਜਾਵੋ। ਸਾਰੇ ਹਿੰਦੂ ਵੀ ਤੁਹਾਡੇ ਪਿੱਛੇ ਮੁਸਲਮਾਨ ਹੋ ਜਾਣਗੇ। ਇਸੇ ਤਰ੍ਹਾਂ ਸਾਰੇ ਦੇਸ਼ ਦੇ ਵਿੱਚ ਜਦ ਇੱਕ ਹਿੰਦੂ ਮੁਸਲਮਾਨ ਮਜ਼ਹਬ ਹੋ ਜਾਵੇਗਾ ਨਾ, ਤਾਂ ਸਾਰੇ ਮਜ਼ਹਬਾਂ ਦੇ ਲੜਾਈ ਝਗੜੇ ਕਲੇਸ਼ ਮਿਟ ਜਾਣਗੇ ਤੇ ਲੋਕ ਸੁਖੀ ਬਸਣਗੇ। ਤੁਸੀਂ ਮੁਸਲਮਾਨ ਬਣ ਜਾਵੋ। ਜਦੋਂ ਕਾਜੀ ਨੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਇੰਨੇ ਬਚਨ ਸੁਣਾਏ ਨਾ, ਤਾਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਬਚਨ ਕੀਤਾ ਕਿ ਤੂੰ ਸਾਰੇ ਦੇਸ਼ ਦੇ ਵਿੱਚ ਇੱਕ ਮਜ਼ਹਬ ਕਰਨਾ ਚਾਹੁੰਦੇ ਹੋ ਨਾ, ਕਿ ਤੂੰ ਤਾਂ ਸਾਰੇ ਦੇਸ਼ ਦੇ ਵਿੱਚ ਇੱਕ ਮਜ਼ਹਬ ਕਰਨਾ ਚਾਹੁੰਦਾ ਹੈ, ਪਰ ਜੇ ਰੱਬ ਦੀ ਮਰਜ਼ੀ ਹੋਰ ਹੋਵੇ ਹਿੰਦੂ ਤੇ ਮੁਸਲਮਾਨ ਇਹਨਾਂ ਦੇ ਵਿੱਚ ਇੱਕ ਧਰਮ ਹੋਰ ਵੀ ਪੈਦਾ ਹੋ ਸਕਦਾ ਹੈ। 3 ਧਰਮ ਪੈਦਾ ਹੋ ਸਕਦੇ ਨੇ। ਤੇ ਔਰੰਗਜ਼ੇਬ ਨੇ ਕਿਹਾ ਕਿ ਇਹ ਕਿੱਦਾਂ ਹੋ ਸਕਦਾ, ਵੀ ਤੀਜਾ ਧਰਮ ਕਿੱਦਾਂ ਪੈਦਾ ਹੋ ਸਕਦਾ ਹੈ। ਇਸ ਤਰ੍ਹਾਂ ਕਿਸ ਤਰ੍ਹਾਂ ਹੋ ਸਕਦਾ ਹੈ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੇ ਨਿਰਣਾ ਕਰਨਾ ਹੈ ਔਰੰਗਜ਼ੇਬ ਬਾਦਸ਼ਾਹ, ਇਸ ਗੱਲ ਦਾ ਨਿਰਣਾ ਕਰਨਾ ਚਾਹੁੰਦੇ ਹੋ ਤਾਂ ਇੱਕ ਮਣ ਮਿਰਚਾਂ ਨੂੰ ਸਾੜ ਕੇ ਵੇਖੋ। ਇੱਕ ਮਣ ਮਿਰਚਾਂ ਲੈ ਲਓ, ਉਹਨਾਂ ਨੂੰ ਸਾੜ ਕੇ ਵੇਖੋ। ਜੇਕਰ ਉਹਨਾਂ ਸਾੜੀਆਂ ਹੋਈਆਂ ਮਿਰਚਾਂ ਦੀ ਸਵਾਹ ਦੇ ਵਿੱਚੋਂ ਇੱਕ ਮਿਰਚ ਸਾਬਤ ਨਿਕਲੀ ਤਾਂ ਰੱਬ ਨੂੰ ਇੱਕ ਹੋਰ ਮਜ਼ਹਬ ਪ੍ਰਵਾਨ ਹੋਵੇਗਾ, ਇੱਕ ਧਰਮ ਫਿਰ ਹੋਰ ਵੀ ਹੋਵੇਗਾ, ਫਿਰ ਰੱਬ ਨੂੰ ਇਹ ਪ੍ਰਵਾਨ ਹੋਵੇਗਾ। ਜੇਕਰ ਸਵਾਹ ਦੇ ਵਿੱਚੋਂ 2 ਮਿਰਚਾਂ ਸਾਬਤ ਨਿਕਲੀਆਂ ਤਾਂ 2 ਮਜ਼ਹਬ ਕਾਇਮ ਰਹਿਣਗੇ, ਪਰ ਜੇਕਰ 3 ਮਿਰਚਾਂ ਸਾਬਤ ਰਹਿ ਗਈਆਂ ਫਿਰ ਸਮਝ ਲੈਣਾ ਕਿ ਇਹਨਾਂ ਤੋਂ ਵੱਖਰਾ ਇੱਕ ਤੀਸਰਾ ਧਰਮ ਹੋਰ ਵੀ ਬਣੇਗਾ। ਫਿਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਔਰੰਗਜ਼ੇਬ ਬਾਦਸ਼ਾਹ ਨੂੰ ਕਹਿਣ ਲੱਗੇ। ਔਰੰਗਜ਼ੇਬ ਬਾਦਸ਼ਾਹ ਨੇ 1 ਮਣ ਮਿਰਚਾਂ ਮੰਗਾਈਆਂ ਗੁਰਮੁਖੋ। ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਬਚਨਾਂ ਦੇ ਅਨੁਸਾਰ ਜਦ ਮਿਰਚਾਂ ਦਾ ਢੇਰ ਸਾੜ ਕੇ ਔਰੰਗਜ਼ੇਬ ਬਾਦਸ਼ਾਹ ਨੇ ਮਿਰਚਾਂ ਦੀ ਸਵਾਹ ਨੂੰ ਫਰੋਲਿਆ ਨਾ, ਤੇ ਉਸੇ ਸਵਾਹ ਦੇ ਵਿੱਚੋਂ ਗੁਰਮੁਖੋ 3 ਮਿਰਚਾਂ ਸਾਬਤ ਨਿਕਲੀਆਂ। ਤੇ ਇਹ ਨਿਰਣਾ ਪਰਖ ਕੇ ਨਾ ਔਰੰਗਜ਼ੇਬ ਬਾਦਸ਼ਾਹ ਬੜਾ ਹੈਰਾਨ ਹੋਇਆ ਵੀ ਤੀਸਰਾ ਧਰਮ ਵੀ ਹੋਵੇਗਾ ਇੱਕ ਹੋਰ। ਇਸ ਪਰਖ ਤੋਂ ਉਪਰੰਤ ਜਦ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਕਿਸੇ ਤਰ੍ਹਾਂ ਵੀ ਮੁਸਲਮਾਨ ਹੋਣਾ ਨਾ ਮੰਨੇ ਨਾ, ਤਾਂ ਬਾਦਸ਼ਾਹ ਨੇ ਆਪਣੇ ਕਾਜੀ ਦੀ ਮਾਰਫਤ ਆਖਿਆ ਜੇਕਰ ਆਪ ਮੁਸਲਮਾਨ ਨਹੀਂ ਹੋਣਾ ਚਾਹੁੰਦੇ ਤਾਂ ਫਿਰ ਕੋਈ ਕਰਾਮਾਤ ਦਿਖਾਓ ਵੀ ਤੁਹਾਡੇ ਵਿੱਚ ਸ਼ਕਤੀ ਹੈ ਕੋਈ। ਤੇ ਕਰਾਮਾਤ ਸਾਡੇ ਧਰਮ ਦੇ ਵਿੱਚ ਕਹਿਰ ਦਾ ਨਾਂ ਹੈ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੇ ਮੁਸਲਮਾਨ ਨਹੀਂ ਬਣਨਾ ਨਾ ਤੁਸੀਂ, ਤਾਂ ਇੱਕ ਗੱਲ ਕਰੋ, ਕੋਈ ਕੌਤਕ ਦਿਖਾਓ। ਔਰੰਗਜ਼ੇਬ ਬਾਦਸ਼ਾਹ ਕਹਿਣ ਲੱਗਿਆ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਬਾਦਸ਼ਾਹ ਜਿਹੜੀ ਕਰਾਮਾਤ ਦੀ ਗੱਲ ਤੁਸੀਂ ਕਰਦੇ ਹੋ ਨਾ, ਸਾਡੇ ਧਰਮ ਦੇ ਵਿੱਚ ਕਰਾਮਾਤ ਦਾ ਨਾਮ ਕਹਿਰ ਦਾ ਨਾਮ ਹੈ। ਕਹਿਰ ਹੈ ਸਾਡੇ ਵਾਸਤੇ, ਜੋ ਕਿ ਕਹਿਰ ਅਸੀਂ ਕਰਨਾ ਨਹੀਂ ਚਾਹੁੰਦੇ।
ਕਹਿਣ ਦਾ ਭਾਵ ਵੀ ਕਰਾਮਾਤ ਅਸੀਂ ਕੋਈ ਦਿਖਾਉਣਾ ਨਹੀਂ ਚਾਹੁੰਦੇ, ਤੁਹਾਨੂੰ ਕੋਈ ਕਰਾਮਾਤ ਨਹੀਂ ਦਿਖਾਉਣੀ ਅਸੀਂ। ਜਦੋਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਜਵਾਬ ਦੇ ਦਿੱਤਾ ਤੇ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਕਿਹਾ ਕਿ ਜੇਕਰ ਆਪ ਜੀ ਨੇ ਦੀਨ ਇਸਲਾਮ ਵੀ ਕਬੂਲ ਨਹੀਂ ਕਰਨਾ ਤੇ ਕਰਾਮਾਤ ਵੀ ਕੋਈ ਨਹੀਂ ਵਿਖਾਉਣੀ, ਫਿਰ ਕਤਲ ਹੋਣ ਵਾਸਤੇ, ਆਪਣੀ ਜਾਨ ਗਵਾਉਣ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਤੇਰੀਆਂ ਪਹਿਲੀਆਂ 2 ਗੱਲਾਂ ਸਾਨੂੰ ਪਸੰਦ ਨਹੀਂ, ਉਹ ਸਾਨੂੰ ਮਨਜ਼ੂਰ ਨਹੀਂ। ਨਾ ਤਾਂ ਅਸੀਂ ਮੁਸਲਮਾਨ ਬਣਨਾ ਤੇ ਨਾ ਅਸੀਂ ਕੋਈ ਕਰਾਮਾਤ ਵਿਖਾਉਣੀ ਹੈ। ਤੇਰੀਆਂ ਇਹ ਪਹਿਲੀਆਂ ਦੋਨੇ ਗੱਲਾਂ ਸਾਨੂੰ ਨਾ ਮਨਜ਼ੂਰ ਨੇ ਤੇ ਤੇਰੀ ਤੀਸਰੀ ਗੱਲ ਸਾਨੂੰ ਮਨਜ਼ੂਰ ਹੈ, ਸਾਨੂੰ ਆਪਣਾ ਬਲੀਦਾਨ ਦੇਣਾ ਮਨਜ਼ੂਰ ਹੈ। ਸਾਨੂੰ ਇਹ ਮਨਜ਼ੂਰ ਹੈ, ਤੀਸਰੀ ਗੱਲ ਦੇ ਨਹੀਂ। ਪਰ ਇਸ ਸਮੇਂ ਸਤਿਗੁਰੂ ਤੇਗ ਬਹਾਦਰ ਮਹਾਰਾਜ ਦੇ ਨਾਲ ਗੁਰਮੁਖੋ 5 ਸੇਵਾਦਾਰ ਸਿੱਖ ਵੀ ਕੈਦ ਸੀ ਨਾਲ। ਜਦੋਂ ਗੁਰੂ ਸਾਹਿਬ ਜੀ ਮੁਸਲਮਾਨ ਹੋਣਾ ਕਿਸੇ ਤਰ੍ਹਾਂ ਵੀ ਨਾ ਮੰਨੇ ਨਾ, ਤਾਂ ਔਰੰਗਜ਼ੇਬ ਬਾਦਸ਼ਾਹ ਨੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਭੈਭੀਤ ਕਰਨ ਵਾਸਤੇ ਨਾ ਆਪ ਜੀ ਦੇ 2 ਸੇਵਾਦਾਰ ਭਾਈ ਮਤੀ ਦਾਸ ਤੇ ਭਾਈ ਦਿਆਲੇ ਨੂੰ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ। ਭਾਈ ਮਤੀ ਦਾਸ ਤੇ ਭਾਈ ਦਿਆਲੇ ਨੂੰ ਸਖਤ ਤਸੀਹੇ ਦਿੱਤੇ, ਸਖਤ ਤਸੀਹੇ ਦੇਖੇ, ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਔਰੰਗਜ਼ੇਬ ਬਾਦਸ਼ਾਹ ਨੇ। ਕਾਜੀ ਦੇ ਫਸਵੇਂ ਦੇ ਅਨੁਸਾਰ ਕਹਿੰਦੇ ਭਾਈ ਮਤੀ ਦਾਸ ਨੂੰ ਆਰੇ ਦੇ ਨਾਲ ਚੀਰਿਆ ਜਾਵੇ, ਇਹਦੇ ਸਰੀਰ ਦੇ 2 ਫਾੜ ਕੀਤੇ ਜਾਣ। ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਚੀਰਿਆ ਗਿਆ ਗੁਰਮੁਖੋ। ਤੇ ਭਾਈ ਦਿਆਲੇ ਜੀ ਨੂੰ ਹੁਕਮ ਹੋਇਆ ਸੀ ਕਿ ਇਹਨੂੰ ਪਾਣੀ ਦੀ ਦੇਗ ਉਬਾਲੀ ਜਾਵੇ, ਪੂਰਾ ਪਾਣੀ ਗਰਮ ਕਰਕੇ ਉਹਦੇ ਵਿੱਚ ਬਿਠਾ ਦਿੱਤਾ ਜਾਵੇ, ਪਾਣੀ ਦੇ ਵਿੱਚ ਉਬਾਲ ਦਿੱਤਾ ਜਾਵੇ ਭਾਈ ਦਿਆਲਾ ਜੀ ਨੂੰ। ਇਸੇ ਤਰ੍ਹਾਂ ਹੀ ਹੋਇਆ, ਦੇਗ ਗਰਮ ਕੀਤੀ ਪਾਣੀ ਦੀ ਤੇ ਜ਼ਾਲਮਾਂ ਨੇ ਭਾਈ ਦਿਆਲਾ ਜੀ ਨੂੰ ਗਰਮ ਪਾਣੀ ਦੇ ਵਿੱਚ ਆਲੂ ਦੇ ਵਾਂਗ ਉਬਾਲ ਦਿੱਤਾ ਗੁਰਮੁਖੋ। ਗਰਮ ਪਾਣੀ ਦੇ ਵਿੱਚ ਦੋਹਾਂ ਧਰਮੀ ਸਿੱਖਾਂ ਨੇ ਆਪਣੇ ਆਪ ਨੂੰ ਹੱਸ ਕੇ ਜਰਬਾਣਿਆਂ ਦੇ ਅੱਗੇ ਪੇਸ਼ ਕੀਤਾ ਤੇ ਜਪਜੀ ਸਾਹਿਬ ਦਾ ਪਾਠ ਤੇ ਵਾਹਿਗੁਰੂ ਵਾਹਿਗੁਰੂ ਦਾ ਉਚਾਰਨ ਕਰਦੇ ਹੋਏ ਦੋਨੇ ਸਤਿਗੁਰਾਂ ਦੇ ਸੇਵਾਦਾਰ ਸ਼ਹੀਦੀਆਂ ਪ੍ਰਾਪਤ ਕਰ ਗਏ। ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਸ਼ਹੀਦੀ ਪ੍ਰਾਪਤ ਕਰ ਗਏ। ਇਹਨਾਂ ਦੀ ਹੱਤਿਆ ਕਰਕੇ, ਸ਼ਹੀਦ ਕਰਕੇ ਔਰੰਗਜ਼ੇਬ ਬਾਦਸ਼ਾਹ ਨੇ ਢਿੱਡ ਫਿਰ ਵੀ ਨਹੀਂ ਭਰਿਆ ਗੁਰਮੁਖੋ। ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਫਿਰ ਸੁਨੇਹਾ ਭੇਜਿਆ ਕਿ ਜੇਕਰ ਆਪ ਮੁਸਲਮਾਨ ਹੋਣਾ ਨਹੀਂ ਮੰਨੋਗੇ ਤਾਂ ਤੁਹਾਡੇ ਨਾਲ ਵੀ ਇਹੀ ਵਰਤਾਰਾ ਵਰਤੇਗਾ। ਤੇ ਬਾਕੀ 3 ਸਿੱਖ ਭਾਈ ਗੁਰਦਿੱਤਾ ਜੀ, ਭਾਈ ਉਦੋ ਜੀ ਤੇ ਭਾਈ ਚੀਮਾ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਸ ਰਹਿ ਗਏ ਗੁਰਮੁਖੋ। 3 ਸਿੱਖ 5 ਦੇ ਵਿੱਚੋਂ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੂੰ ਆਪਣਾ ਅੰਤ ਸਮਾਂ ਨੇੜੇ ਆਉਂਦਾ ਵੇਖ ਕੇ ਨਾ ਇਹਨਾਂ 3 ਸਿੰਘਾਂ ਨੂੰ ਵਚਨ ਕੀਤਾ ਕਿ ਭਾਈ ਸਿੱਖੋ, ਹੁਣ ਸ਼ਹੀਦੀ ਦੇਣ ਦਾ ਸਮਾਂ ਨੇੜੇ ਆ ਗਿਆ, ਸਾਡਾ ਸਮਾਂ ਨੇੜੇ ਹੈ ਤੇ ਤੁਸੀਂ ਆਪਣੇ ਘਰਾਂ ਨੂੰ ਚਲੇ ਜਾਓ।
ਸਤਿਗੁਰੂ ਤੇਗ ਬਹਾਦਰ ਮਹਾਰਾਜ ਕਹਿਣ ਲੱਗੇ ਵੀ ਆਪਣੇ ਘਰਾਂ ਨੂੰ ਚਲੇ ਜਾਓ। ਹੁਣ ਇੱਥੇ ਰਹਿਣਾ ਤੁਹਾਡੇ ਵਾਸਤੇ ਲਾਭ ਨਹੀਂ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਹੱਥਾਂ ਪੈਰਾਂ ਨੂੰ ਬੇੜੀਆਂ ਸੰਗਲ ਲੱਗੇ ਹੋਏ ਨੇ ਤੇ ਜੇਲ੍ਹ ਦੇ ਦਰਵਾਜ਼ਿਆਂ ਨੂੰ ਜਿੰਦਰੇ ਲੱਗੇ ਹੋਏ ਨੇ, ਅਸੀਂ ਇੱਥੋਂ ਕਿਸ ਤਰ੍ਹਾਂ ਨਿਕਲ ਕੇ ਜਾਵਾਂਗੇ? ਪੈਰਾਂ ਵਿੱਚ ਬੇੜੀਆਂ ਨੇ, ਕੈਦਖਾਨੇ ਦੇ ਦਰਵਾਜ਼ਿਆਂ ਨੂੰ ਜਿੰਦਰੇ ਲੱਗੇ ਹੋਏ ਨੇ, ਕਿੱਦਾਂ ਨਿਕਲਾਂਗੇ? ਉਸੇ ਵੇਲੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤਾ ਕਿ ਤੁਸੀਂ ਇਸ ਸ਼ਬਦ ਦਾ ਜਾਪ ਕਰੋ। ਸ਼ਬਦ ਸੀ ਗੁਰੂ ਸਾਹਿਬ ਕਹਿੰਦੇ, ਕਾਟੀ ਬੇੜੀ ਪਗੋਂ ਤੇ ਗੁਰ ਕੀਨੀ ਬੰਦ ਖਲਾਸ। ਵੀ ਆਹ ਪੰਕਤੀ ਦਾ ਪਾਠ ਕਰਿਓ ਤੁਸੀਂ, ਤੁਹਾਡੀਆਂ ਬੇੜੀਆਂ ਟੁੱਟ ਜਾਣਗੀਆਂ, ਦਰਵਾਜ਼ਿਆਂ ਦੇ ਜਿੰਦਰੇ ਖੁੱਲ੍ਹ ਜਾਣਗੇ ਤੇ ਤੁਹਾਨੂੰ ਕੋਈ ਵੇਖੇਗਾ ਵੀ ਨਹੀਂ, ਤੁਸੀਂ ਬਹੁ ਰੂਪੀਏ ਬਣ ਜਾਓਗੇ। ਤੁਹਾਡੇ ਰੂਪ ਨੂੰ ਕਿਸੇ ਨੇ ਵੇਖਣਾ ਨਹੀਂ। ਜਦੋਂ ਤੁਸੀਂ ਇਸ ਬਾਣੀ ਦਾ ਪਾਠ ਕਰਦੇ ਜਾਓਗੇ ਤੇ ਤੁਹਾਨੂੰ ਦੇਖਣ ਵਾਲਾ ਕੋਈ ਨਹੀਂ ਹੋਵੇਗਾ। ਸਤਿਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਮੰਨ ਕੇ ਜਦ ਭਾਈ ਉਦੇ ਤੇ ਭਾਈ ਚੀਮਾ ਇਸ ਤਰ੍ਹਾਂ ਆਜ਼ਾਦ ਹੋ ਕੇ ਚੱਲੇ ਨਾ, ਤੇ ਪਿੱਛੋਂ ਭਾਈ ਗੁਰਦਿੱਤਾ ਜੀ ਹੀ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਅੰਤ ਸਮੇਂ ਤੱਕ ਉਹਨਾਂ ਦੇ ਪਾਸ ਰਹੇ। ਦੋ ਚਲੇ ਗਏ ਸਿੰਘ ਇਹਦੇ ਵਿੱਚੋਂ। ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਫਿਰ ਆਪਣੀ ਮੌਜ ਦੇ ਵਿੱਚ ਆਏ। ਕਹਿੰਦੇ ਉਸ ਵੇਲੇ ਜਦੋਂ ਆਪਣੀ ਮੌਜ ਵਿੱਚ ਆਏ ਨਾ, ਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਕਹਿੰਦੇ ਫਿਰ ਬਾਣੀ ਉਚਾਰਨ ਕੀਤੀ। ਜੋ ਆਪਾਂ ਭੋਗ ਦੇ ਸਮੇਂ ਗੁਰਬਾਣੀ ਪੜ੍ਹਦੇ ਹਾਂ, ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੇ ਵਚਨ ਪੜ੍ਹਦੇ ਹਾਂ ਨਾ, ਉਹ ਇਹ ਵਚਨ ਉਸ ਵੇਲੇ ਉਚਾਰਨ ਕੀਤੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ। ਸਭ ਕਹਿੰਦੇ, ਸੰਗ ਸਖਾ ਸਭ ਤਜ ਗਏ, ਕੋਹ ਨਾ ਨਿਭਿਓ ਸਾਥ, ਕਹੋ ਨਾਨਕ ਏ ਬਿਪਤ ਮੈਂ, ਟੇਕ ਏ ਕਰ ਗੁਨਾਥ। ਜਦੋਂ ਭਾਈ ਦੋ ਸਿੱਖ ਚਲੇ ਗਏ ਤੇ ਭਾਈ ਗੁਰਦਿੱਤਾ ਜੀ ਰਹਿ ਗਏ ਸਤਿਗੁਰਾਂ ਦੇ ਪਾਸ। ਸਤਿਗੁਰਾਂ ਨੇ ਬਾਣੀ ਉਚਾਰਨ ਕੀਤੀ। ਇਸ ਤੋਂ ਉਪਰੰਤ ਸਤਿਗੁਰੂ ਜੀ ਨੇ ਆਪਣੀ ਮਾਤਾ ਜੀ ਤੇ ਪਰਿਵਾਰ ਨੂੰ ਧੀਰਜ ਦੇਣ ਵਾਸਤੇ, ਅਕਾਲ ਪੁਰਖ ਦਾ ਭਾਣਾ ਮੰਨਣ ਵਾਸਤੇ ਸ਼ਲੋਕ ਲਿਖ ਕੇ ਭੇਜੇ। ਫਿਰ ਉਸ ਵੇਲੇ ਕਹਿੰਦੇ ਪਾਸ਼ਾ ਕਹਿੰਦੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਥ ਕੀਨਾ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕਹੋ ਮੀਨਾ। ਇਹ ਸਾਰੇ ਸ਼ਲੋਕ ਨੌਵੇਂ ਪਾਤਸ਼ਾਹ ਜੀ ਨੇ ਉਸ ਵੇਲੇ ਉਚਾਰਨ ਕੀਤੇ, ਆਪਣਾ ਅੰਤ ਸਮਾਂ ਨੇੜੇ ਆਉਂਦਾ ਵੇਖ ਕੇ। ਇਹ ਸਾਰੇ ਸ਼ਲੋਕਾਂ ਦੇ ਅੰਤ ਦੇ ਵਿੱਚ ਫਿਰ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਲਿਖਿਆ ਕਿ ਰਾਮ ਨਾਮ ਉਰ ਮਹਿ ਗਏ ਹੋ, ਜਾ ਕੈ ਸਾਹਮਣੇ ਕੋਏ, ਜਿਹ ਸਿਮਰਤ ਸੰਕਟ ਮਿਟਾਏ, ਦਰਸ ਤੁਹਾਰ ਹੋਏ। ਇਹ ਸਾਰੇ ਸ਼ਲੋਕ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਉਸੇ ਵੇਲੇ ਲਿਖ ਕੇ ਨਾ ਉਚਾਰਨ ਕੀਤੇ। ਤੇ ਇਹਨਾਂ ਸ਼ਲੋਕਾਂ ਦੇ ਨਾਲ ਗੁਰੂ ਸਾਹਿਬ ਜੀ ਨੇ 5 ਪੈਸੇ ਨਾਰੀਅਲ ਇੱਕ ਸਿੱਖ ਦੇ ਹੱਥ ਆਨੰਦਪੁਰ ਸਾਹਿਬ ਨੂੰ ਭੇਜ ਦਿੱਤੇ। ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ 9 ਸਾਲ ਦੀ ਉਮਰ ਹੈ ਬਾਲਕ ਗੋਬਿੰਦ ਰਾਏ ਜੀ ਦੀ, ਜਿਸ ਵੇਲੇ ਪਿਤਾ ਸ਼ਹੀਦੀ ਦੇਣ ਲੱਗੇ ਨੇ।
ਆਨੰਦਪੁਰ ਸਾਹਿਬ ਭੇਜਤੇ ਤੇ ਗੁਰਿਆਈ ਆਪਣੇ ਸੁਪੁੱਤਰ ਸ਼੍ਰੀ ਗੋਬਿੰਦ ਰਾਏ ਜੀ ਨੂੰ ਸੌਂਪ ਦਿੱਤੀ। ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਵਾਰਸ ਸੌਂਪ ਦਿੱਤਾ। ਤੇ ਆਖਰ ਨੂੰ ਸਾਧ ਸੰਗੀ ਫਿਰ ਆ ਨਿਭਾਗਾ ਦਿਨ ਵੀ ਆਇਆ। ਇੱਕ ਦਿਨ ਅੰਤ ਜਦ 13 ਮਕਰ ਸ਼ੁੱਧ ਉਸ ਵੇਲੇ ਤੇ ਬਿਕਰਮੀ ਦਾ ਨਿਭਾਗਾ ਦਿਨ ਵੀਰਵਾਰ ਸੀ ਉਸ ਵੇਲੇ ਕਹਿੰਦੇ। ਫਿਰ ਤੇ ਆਪ ਜੀ ਨੂੰ ਚਾਂਦਨੀ ਚੌਂਕ ਦੇ ਪਾਸ ਦਿਨ ਢਲੇ ਵਾਸਾ ਜੀ ਦੇ ਹੁਕਮ ਦੇ ਅਨੁਸਾਰ ਜਲਾਦ ਨੇ ਤਲਵਾਰ ਦੇ ਵਾਰ ਦੇ ਨਾਲ ਸੀਸ ਨੂੰ ਧੜ ਦੇ ਨਾਲੋਂ ਵੱਖਰਾ ਕਰ ਦਿੱਤਾ। ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਸੀਸ ਗੁਰਾਂ ਦਾ ਧੜ ਦੇ ਨਾਲੋਂ ਵੱਖਰਾ ਹੋ ਗਿਆ। ਇਸ ਨਰਦਾਈ ਸਾਕੇ ਦਾ ਵਰਣਨ ਸਤਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਕੀਤਾ ਹੈ ਆਪਣੀ ਲਿਖਤਾਂ ਦੇ ਵਿੱਚ। ਪਾਤਸ਼ਾਹ ਕਹਿੰਦੇ ਤੇਗ ਬਹਾਦਰ ਕੀ ਚਲਤਾ ਭਇਓ, ਭਇਓ ਜਗਤ ਮੈਂ ਸੋਕਾ, ਹੈ ਸਭ ਜਗ ਪਇਓ, ਜੈ 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 ਸੁਰ ਲੋਕਾ। ਕਹਿੰਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਸ਼ਹੀਦੀ ਦਿੱਤੀ ਤੇ ਜਗ ਦੇ ਵਿੱਚ ਸੋਕ ਫੈਲ ਗਿਆ, ਸਾਰਿਆਂ ਨੂੰ ਦੁੱਖ ਲੱਗਿਆ ਸਤਿਗੁਰਾਂ ਦੀ ਸ਼ਹੀਦੀ ਦੇ ਬਾਰੇ ਸੁਣ ਕੇ। ਜਗਤ ਵਿੱਚ ਸੋਕ ਪੈਦਾ ਹੋ ਗਿਆ ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਜੈ ਜੈਕਾਰ ਹੋ ਗਈ। ਸੀਸ ਧੜ ਦੇ ਨਾਲ ਵੱਖਰਾ ਸਤਿਗੁਰੂ ਸ਼ਹੀਦੀ ਪ੍ਰਾਪਤ ਕਰ ਗਏ। ਇਸ ਕਹਿਰ ਦੇ ਸਮੇਂ ਇਤਿਹਾਸਕਾਰ ਲਿਖਦੇ ਨੇ ਗੁਰਮੁਖੋ, ਇਤਿਹਾਸਕਾਰ ਲਿਖਦੇ ਨੇ ਇਸ ਕਹਿਰ ਦੇ ਸਮੇਂ ਨੂੰ ਆਪਣੇ ਕਲਮਾਂ ਦੇ ਨਾਲ ਕਿ ਜਿਸ ਵੇਲੇ ਸਤਿਗੁਰਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ ਬਹੁਤ ਸਖਤ ਕਾਲੀ ਬੋਲੀ ਹਨੇਰੀ ਚੱਲੀ ਉਸ ਵੇਲੇ। ਕਹਿੰਦੇ ਫਿਰ ਕੁਛ ਨਾ ਦਿਸਿਆ ਇੱਕ ਦੂਜੇ ਨੂੰ, ਜਿਸ ਦੇ ਅੰਧਾਰ ਦੇ ਵਿੱਚ ਆਪ ਜੀ ਦਾ ਪਵਿੱਤਰ ਸੀਸ ਭਾਈ ਜੀਵਨ ਸਿੰਘ ਜੀ, ਭਾਈ ਜਹਿਤਾ ਸਿੰਘ ਜੀ ਨੇ ਆਪਣੇ ਕੱਪੜਿਆਂ ਵਿੱਚ ਲਪੇਟ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ ਗੁਰੂ ਸਾਹਿਬ ਜੀ ਦੇ ਸੀਸ ਨੂੰ। ਉਸੇ ਹਨੇਰੀ ਦਾ ਫਾਇਦਾ ਲੈਂਦੇ ਹੋਏ ਆਪਣਾ ਰਸਤਾ ਤੈਅ ਕਰਦੇ ਕਰਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੀਵਨ ਸਿੰਘ, ਭਾਈ ਜਹਿਤਾ ਜੀ, ਜਿਨ੍ਹਾਂ ਨੂੰ ਕਹਿੰਦੇ ਆਪਾਂ ਸਤਿਕਾਰ ਦੇ ਨਾਲ, ਆਨੰਦਪੁਰ ਸਾਹਿਬ ਬਾਲਕ ਗੋਬਿੰਦ ਰਾਜ ਦੇ ਪਾਸ ਪਹੁੰਚ ਗਿਆ ਆਪਣਾ ਗੁਰੂ ਦਾ ਸੀਸ ਲੈ ਕੇ। ਇੱਥੇ ਆਪ ਜੀ ਦੇ ਸੀਸ ਦੇ ਬੜੇ ਸਤਿਕਾਰ, ਵੈਰਾਗ ਤੇ ਸੋਕ ਦੇ ਨਾਲ ਸੰਸਕਾਰ ਕੀਤਾ ਗਿਆ। ਇਸ ਸਥਾਨ ਤੇ ਗੁਰਦੁਆਰਾ ਸੀਸਗੰਜ ਸੁਭਾਏ ਮਾਣ ਹੈ ਗੁਰਮੁਖੋ, ਸੰਗਤ ਦਰਸ਼ਨ ਕਰਦੀ ਹੈ ਅੱਜ। ਇਸ ਹਨੇਰੀ ਦੇ ਗੁਵਾਰ ਦੇ ਵਿੱਚ ਹੀ ਆਪ ਜੀ ਦਾ ਪਵਿੱਤਰ ਧੜ ਇੱਕ ਲੁਬਾਣਾ ਸਿੱਖ ਆਪਣੇ ਗੱਡੇ ਦੇ ਮਾਲ ਵਿੱਚ ਲੁਸਪਾ ਕੇ ਆਪਣੇ ਘਰ ਲੈ ਗਿਆ ਸਤਿਗੁਰਾਂ ਦੇ ਸਰੀਰ ਨੂੰ, ਤੇ ਆਪਣੀਆਂ ਝੁੱਗੀਆਂ ਦੇ ਵਿੱਚ ਰੱਖ ਕੇ ਆਪਣੇ ਮਕਾਨ ਨੂੰ ਉੱਥੇ ਹੀ ਸਾਰੇ ਨੂੰ ਅੱਗ ਲਾ ਦਿੱਤੀ ਉਸਨੇ, ਤੇ ਗੁਰੂ ਸਾਹਿਬ ਦਾ ਉੱਥੇ ਸੰਸਕਾਰ ਕੀਤਾ ਗਿਆ। ਦਿੱਲੀ ਦੇ ਵਿੱਚ ਇਸ ਸਥਾਨ ਤੇ ਗੁਰਮੁਖੋ ਅੱਜ ਕਰ ਗੁਰਦੁਆਰਾ ਰਕਾਬਗੰਜ ਸਾਹਿਬ ਸੁਭਾਈ ਮਾਣ ਹੈ, ਸੰਗਤ ਦਰਸ਼ਨ ਕਰਦੀ ਹੈ। ਤੇ ਅੱਜ ਉਸ ਮਹਾਨ ਸ਼੍ਰੋਮਣੀ ਗੁਰੂ ਸਾਹਿਬ ਦਾ ਸ਼ਹੀਦੀ ਦਿਹਾੜਾ